ਪੰਜਾਬੀ ਨੈਸ਼ਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮੈਂ ਜੱਗੀ ਢਿੱਲੋਂ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੈਲਗਰੀ ਫੋਕਸ। ਅੱਜ ਫਿਰ ਅਸੀਂ ਗੱਲਬਾਤ ਕਰਾਂਗੇ ਜੀ ਕੈਲਗਰੀ ਦੇ ਰੀਅਲ ਅਸਟੇਟ ਤੇ ਅਲਬਰਟਾ ਤੇ ਇਨ ਜਰਨਲ ਕੈਨੇਡਾ ਦੇ ਵਿੱਚ ਰੀਅਲ ਅਸਟੇਟ ਮਾਰਕੀਟਸ ਦੇ ਵਿੱਚ ਕੀ ਹੋ ਰਿਹਾ। ਔਰ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਸਟੂਡੀਓ 'ਚ ਮੌਜੂਦ ਨੇ ਜੀ ਜਤਿੰਦਰ ਚੀਮਾ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਚੀਮਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਦੁਬਾਰਾ ਮੈਨੂੰ ਫਿਰ ਮੌਕਾ ਦੇਣ ਲਈ। ਚੀਮਾ ਸਾਹਿਬ, ਰੀਅਲ ਅਸਟੇਟ ਦੇ ਵਿੱਚ ਜੋ ਅਸੀਂ ਪਿਛਲੇ ਵੀ 2-3 ਪ੍ਰੋਗਰਾਮ ਤੁਹਾਡੇ ਨਾਲ ਕੀਤੇ ਨੇ, ਤੁਹਾਡੀ ਕਾਫੀ ਮਹਾਰਤ ਆ, ਤੁਸੀਂ ਕਲੋਜ਼ਲੀ ਦੇਖਦੇ ਹੋ ਸਾਰੀ ਡਿਵੈਲਪਮੈਂਟਸ ਨੂੰ, ਤੇ ਕੀ ਦੇਖ ਰਹੇ ਹੋ ਇਸ ਵੇਲੇ ਜੋ ਲੇਟੈਸਟ ਸਿਚੁਏਸ਼ਨ ਹੈ ਪ੍ਰਾਈਸ ਨੂੰ ਲੈ ਕੇ? ਉਹ ਕੀ ਇੱਕ ਸਹੀ ਟ੍ਰੈਂਡ ਹੈ ਜਾਂ ਉਹਦਾ ਕੀ ਆਲਟਰਨੇਟ ਆ? ਜਿਹੜੇ ਪਾਲਿਸੀ ਮੇਕਰਸ ਨੇ ਉਹਨਾਂ ਕੋਲ ਕੀ ਹੱਲ ਹੈ ਜੀ? ਢਿੱਲੋਂ ਸਾਹਿਬ, ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਰੀਅਲ ਅਸਟੇਟ ਮਾਰਕੀਟ ਵਿੱਚ ਜਿਹੜੇ ਪ੍ਰਾਈਸ ਉੱਪਰ ਜਾ ਰਹੇ ਨੇ, ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਹੈਲਦੀ ਰੁਝਾਨ ਹੈਗਾ ਵਾ। ਠੀਕ ਹੈ ਜੀ। ਪ੍ਰਾਈਸਿਸ ਆਰ ਸਕਾਈ ਰੌਕਟਿੰਗ। ਇਹਨੂੰ ਦੇਖਦੇ ਹੋਇਆ ਜਿਹੜੇ ਐਨਾਲਿਸਟ ਨੇ, ਜਿਹੜੇ ਆਰਥਿਕ ਮਾਹਿਰ ਨੇ, ਉਹ ਇਹ ਕਹਿ ਰਹੇ ਨੇ ਕਿ ਜਿਹੜਾ ਕੈਨੇਡਾ ਵਾ ਇੱਕ ਕਲਾਸਿਕ ਬਬਲ ਦੇ ਉੱਪਰ ਬੈਠਾ ਹੋਇਆ ਇਸ ਵੇਲੇ ਰੀਅਲ ਅਸਟੇਟ ਦੇ। ਠੀਕ ਹੈ ਜੀ। ਔਰ ਇੱਕ ਬੜੀ ਹੀ ਇੰਪੋਰਟੈਂਟ ਸਟੱਡੀ ਆਈ ਹੈ RBC ਬੈਂਕ ਨੇ ਲਾਸਟ ਵੀਕ ਆਫ ਫੈਬਰਰੀ 'ਚ। ਉਹਨਾਂ ਨੇ ਇੱਕ ਸਟੱਡੀ ਜਿਹੜੀ ਲਿਆਂਦੀ, ਉਹਦੇ ਵਿੱਚ ਉਹਨਾਂ ਨੇ 3 ਸਿਨੈਰੀਓਜ਼ ਦਿੱਤੇ ਨੇ ਕਿ ਆਉਣ ਵਾਲੇ ਟਾਈਮ 'ਚ ਕੀ ਹੋ ਸਕਦਾ ਵਾ ਜੀ। ਔਰ ਉਹ ਜਿਹੜੇ ਸਿਨੈਰੀਓ ਨੇ, ਉਹ ਜਿਹੜੀ ਰਿਪੋਰਟ ਹੈ, ਉਹਨਾਂ ਨੂੰ ਆਪਾਂ ਟੈਕਨੀਕਲੀ ਕਹਿੰਦੇ ਹਾਂ ਮੈਕਰੋ ਇਕਨੋਮਿਕ ਐਜੰਪਸ਼ਨਸ ਦੇ ਬੇਸ ਉੱਤੇ ਉਹ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਔਰ ਉਹਦਾ ਇੱਕ ਸਟੈਂਡਰਡ ਹੁੰਦਾ ਵਾ ਜਿਹਨੂੰ IFRS 9 ਕਹਿੰਦੇ ਨੇ, ਜਿਹੜੇ ਇੱਕ ਵਰਡ ਦੇ ਸਟੈਂਡਰਡ ਜਿਹੜੇ ਸਾਰੇ ਬੈਂਕ ਉਹਨੂੰ ਫੋਲੋ ਕਰਦੇ ਨੇ ਜੀ। ਉਹਦਾ ਮੈਂ ਅਗਰ ਸਧਾਰਨ ਭਾਸ਼ਾ 'ਚ ਤੁਹਾਡੇ ਤੋਂ ਪੁੱਛਾਂ ਤਾਂ ਉਹਦਾ ਮਤਲਬ ਇਹ ਹੈਗਾ ਕਿ ਜਿਹੜੀ ਇੱਕ ਰਿਸਪੌਂਸਿਬਲ ਅਦਾਰਾ ਆ, ਉਹ ਸਰਟਨ ਫੈਕਟਸ ਐਂਡ ਫਿਗਰਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਉਹ ਟ੍ਰੈਂਡ ਦੇਖਦਾ ਆ ਕਿ ਆਉਣ ਵਾਲੇ 3 ਮਹੀਨੇ ਜਾਂ 6 ਮਹੀਨੇ ਜਿਹੜੀ ਆ ਉਹ ਸਿਚੁਏਸ਼ਨ ਕੀ ਰਹਿਣ ਵਾਲੀ ਹੈ। ਬਿਲਕੁਲ। ਸੋ ਉਹਨਾਂ ਨੇ ਇੱਕ ਮਾਡਲ ਪੇਸ਼ ਕੀਤਾ, ਜਿਵੇਂ ਆਪਾਂ ਵੇਖ ਰਹੇ ਹਾਂ ਵੀ COVID-19 'ਚ ਲੋਕਾਂ ਨੂੰ ਪਤਾ ਹੋਏਗਾ ਕਿ ਕੋਈ ਮਾਡਲ ਦੱਸਦੇ ਕਿ ਜੇ ਪੋਜ਼ੀਟਿਵਿਟੀ ਰੇਟ ਇੰਨਾ ਵਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਨੰਬਰ ਆਫ ਇਨਫੈਕਸ਼ਨ ਕਿੰਨੀਆਂ ਵੱਧ ਸਕਦੀਆਂ ਨੇ ਜੀ। ਸੋ ਉਹੋ ਜਿਹਾ ਹੀ ਮਿਲਦਾ ਜੁਲਦਾ ਸਮਝ ਲਓ ਵੀ ਕਿ IFRS ਸਟੈਂਡਰਡਸ ਨੇ, ਜਿਨ੍ਹਾਂ ਦੇ ਬੇਸ ਉੱਤੇ RBC ਨੇ ਐਨਾਲਿਸਟ ਦੇ ਸਾਹਮਣੇ ਇੱਕ ਮਾਡਲ ਰੱਖਿਆ, ਜਿਹਦੇ ਵਿੱਚ ਉਹਨਾਂ ਨੇ 2 ਸਵੀਅਰ ਕ੍ਰਿਟੀਕਲ ਸਿਨੈਰੀਓਜ਼ ਐਡ ਕੀਤੇ ਨੇ ਜੀ। ਸੋ ਉਸ ਰਿਪੋਰਟ ਨੂੰ ਆਪਾਂ 3 ਹਿੱਸਿਆਂ ਵਿੱਚ ਉਹਨਾਂ ਨੇ ਵੰਡਿਆ ਵਾ, ਜਿਹਦੇ ਵਿੱਚ ਆਪਾਂ ਪਹਿਲਾਂ ਕਹਿ ਸਕਦੇ ਹਾਂ ਕਿ ਬੇਸ, ਸੈਕੰਡ ਇਜ਼ ਬੈਸਟ ਐਂਡ ਥਰਡ ਇਜ਼ ਦਾ ਵਰਸਟ ਸਿਨੈਰੀਓ। ਅੱਛਾ ਜੀ। ਬੇਸ ਦੇ ਵਿੱਚ ਕੀ ਆ, ਆਪਣੇ ਵਿਊਅਰਸ ਦੀ ਨੌਲੇਜ ਵਾਸਤੇ, ਬੇਸ ਮਤਲਬ ਜਿਵੇਂ ਅੱਜ ਪ੍ਰੈਜੈਂਟਲੀ ਚੱਲ ਰਿਹਾ ਵਾ। ਠੀਕ ਹੈ ਜੀ। ਜਿਹਦੇ ਵਿੱਚ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਹੈ ਕਿ ਪ੍ਰੈਜੈਂਟਲੀ ਜੋ ਅੱਜ ਸਿਨੈਰੀਓ ਹੈਗਾ ਵਾ ਰੀਅਲ ਅਸਟੇਟ ਦੇ ਵਿੱਚ, ਉਹਦੇ ਵਿੱਚ ਪ੍ਰਾਈਸਿਸ, ਉਹਨਾਂ ਦੀ ਅਜੰਪਸ਼ਨ ਹੈ ਕਿ 4.5 ਤੋਂ ਲੈ ਕੇ 5% ਪਰ ਈਅਰ ਦੀ ਗਰੋਥ ਹੋਊਗੀ ਰੀਅਲ ਅਸਟੇਟ ਦੇ ਪ੍ਰਾਈਸਿਸ ਵਿੱਚ ਜੀ, ਜੋ ਅੱਜ ਪ੍ਰੈਜੈਂਟ ਹੈਗੀ ਆ। ਬਈ ਅਗਰ ਇਹ ਟ੍ਰੈਂਡ ਅਗਰ ਮੇਨਟੇਨ ਜਾਂ ਇਹ ਚੀਜ਼ਾਂ ਅਗਰ ਮੇਨਟੇਨ ਰਹਿੰਦੀਆਂ ਨੇ ਜੀ, ਤੇ ਐਵਰੀ ਈਅਰ 5 ਤੋਂ 7% ਦੀ ਜਿਹੜੀ ਆ ਨਹੀਂ, ਉਹਨਾਂ ਦਾ ਕਹਿਣਾ ਕਿ 4.5% ਇਜ਼ ਦਾ ਲੈਵਲ। ਉਹ ਫਿਰ ਉਹਨਾਂ ਨੂੰ ਅਗਲੇ ਸਾਲ ਉਹਨਾਂ ਨੇ ਕਿਹਾ ਕਿ ਜਨਵਰੀ 2021 ਤੋਂ ਲੈ ਕੇ ਅਗਲੇ 12 ਮਹੀਨਿਆਂ ਵਿੱਚ ਜਿਹੜਾ ਵਾ ਪ੍ਰਾਈਸਿਸ ਪਰ ਈਅਰ 4.5% ਦੇ ਹਿਸਾਬ ਨਾਲ ਵੱਧਦੇ ਨੇ। ਠੀਕ ਹੈ ਜੀ। ਜਿਹੜਾ ਕਿ ਜੋ ਅੱਜ ਟ੍ਰੈਂਡ ਚੱਲ ਰਿਹਾ, ਜੋ ਕਰੰਟ ਟ੍ਰੈਂਡ ਹੈਗਾ ਜੀ, ਤਾਂ ਫਿਰ ਉਹਨਾਂ ਨੇ ਉਹਦੇ ਬੇਸ ਤੇ ਜਿਹੜੇ ਆਪਾਂ, ਕਿਉਂਕਿ ਕੰਪਾਊਂਡਿੰਗ ਹੁੰਦੀ ਹੈ ਹਮੇਸ਼ਾ ਗਰੋਥ ਦੇ ਵਿੱਚ, ਕਰੈਕਟ, ਤੇ ਉਹਨਾਂ ਦਾ ਇਹ ਕਹਿਣਾ ਕਿ ਅਗਲੇ 2 ਤੋਂ ਜਿਹੜਾ ਉਸ ਤੋਂ ਬਾਅਦ 2 ਤੋਂ 5 ਸਾਲਾਂ ਵਿੱਚ ਜੇਕਰ ਇਹੋ ਹੀ ਸਿਨੈਰੀਓ ਰਹਿੰਦਾ ਵਾ ਤਾਂ ਮਤਲਬ ਜਿਹੜੇ ਘਰਾਂ ਦੇ ਪ੍ਰਾਈਸਿਸ ਹੈਗੇ ਨੇ ਉਹ 10 ਕੁ ਸਾਲਾਂ ਵਿੱਚ ਡਬਲ ਹੋਣਗੇ। ਠੀਕ ਹੈ ਜੀ। ਸੈਕੰਡ ਸਿਨੈਰੀਓ ਹੁੰਦਾ ਵਾ ਬੈਸਟ ਸਿਨੈਰੀਓ। ਕਿਉਂਕਿ ਇਹ ਸਿਨੈਰੀਓਜ਼ ਕਿਉਂ ਇਹ ਆਰਗੇਨਾਈਜੇਸ਼ਨ ਰੈਡੀਜ਼ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਹਰ ਸਿਚੁਏਸ਼ਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਵਾ ਕਿ ਜੇ ਨੋਰਮਲ ਹੈ ਤਾਂ ਕਿਵੇਂ ਆਪਾਂ ਮਾਰਕੀਟ 'ਚ ਚੱਲਣਾ ਵਾ, ਜੇ ਉਹ ਬੈਸਟ ਹੈ ਤਾਂ ਆਪਾਂ ਨੂੰ ਕਿਹੜੀ ਤਿਆਰੀ ਕਰਕੇ ਰੱਖਣੀ ਪੈਣੀ ਹੈ, ਤੇ ਜੇ ਵਰਸਟ ਹੈ ਤਾਂ ਵੀ ਸਾਨੂੰ ਕੀ ਕਰਨਾ ਪਏਗਾ। ਠੀਕ ਹੈ ਜੀ। ਸੋ ਬੈਸਟ ਸਿਨੈਰੀਓ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਰੀਅਲ ਅਸਟੇਟ ਦੇ ਪ੍ਰਾਈਸਿਸ ਜਨਵਰੀ 2021 ਤੋਂ ਲੈ ਕੇ ਅਗਲੇ 12 ਮਹੀਨਿਆਂ ਵਿੱਚ 7% ਵਧਣ। ਠੀਕ ਹੈ ਜੀ। ਅਗਰ 7% ਪ੍ਰਾਈਸ ਵੱਧਦੇ ਨੇ ਤਾਂ ਉਹਨੂੰ ਫਿਰ ਕੰਪਾਊਂਡਿੰਗ ਲੈ ਕੇ ਅਗਰ ਉਹ ਵੇਖਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਕਿ ਐਵਰੀ 8 ਈਅਰ ਦਾ ਰੀਅਲ ਅਸਟੇਟ ਪ੍ਰਾਈਸਿਸ ਵਿਲ ਬੀ ਡਬਲ। ਠੀਕ ਹੈ ਜੀ। ਠੀਕ ਹੈ ਜੀ। ਮਤਲਬ ਜਿਹੜਾ ਘਰ ਅੱਜ ਦੀ ਰੇਟ 'ਚ ਆਪਾਂ ਕਹੀਏ ਕਿ 400,000 ਦਾ ਆ, ਤੇ ਉਹ 8 ਸਾਲਾਂ ਦੇ ਵਿੱਚ ਉਹ 800,000 ਦਾ ਹੋ ਜਾਵੇ। ਬਿਲਕੁਲ ਜੀ, ਇਹ ਉਹਨਾਂ ਦੀ ਅਜੰਪਸ਼ਨਸ ਨੇ। ਔਰ ਇਹ ਜਿਹੜੀਆਂ ਅਜੰਪਸ਼ਨਸ ਨੇ ਦੇ ਆਰ ਕਲੋਜ਼ ਟੂ ਰਿਐਲਿਟੀ ਵਿਦਆਊਟ ਐਨੀ ਮੈਨੀਪੂਲੇਸ਼ਨਸ। ਹਾਂਜੀ ਹਾਂਜੀ।
ਜਿਹੜਾ ਥਰਡ ਜਿਹੜਾ ਸਭ ਤੋਂ ਮਤਲਬ ਜਿਹਦੇ ਤੇ ਇੱਕ ਚਿੰਤਾ ਦੀ ਲਹਿਰ ਪਾਈ ਜਾ ਰਹੀ ਹੈ, ਦੈਟ ਇਜ਼ ਦਾ ਵਰਸਟ ਸਿਨੈਰੀਓ। ਜੀ, ਵਰਸਟ ਸਿਨੈਰੀਓ ਵਿੱਚ ਜਿਹੜਾ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਹੈ ਕਿ ਹੋ ਸਕਦਾ ਹੈ ਕਿ ਰੀਅਲ ਸਟੇਟ ਦੇ ਜਿਹੜੇ ਪ੍ਰਾਈਸਿਸ ਹੈ 30% ਤੱਕ ਅਗਲੇ 12 ਮਹੀਨਿਆਂ 'ਚ ਕ੍ਰੈਸ਼ ਕਰ ਜਾਂਦੇ ਆ। ਕ੍ਰੈਸ਼ ਕਰ ਜਾਣਗੇ? ਬਿਲਕੁਲ, ਕਿਉਂਕਿ ਉਹਨਾਂ ਨੇ ਜਿਹੜਾ ਇਹ ਮਾਡਲ ਪੇਸ਼ ਕੀਤਾ ਵਾ, ਉਹਦਾ ਰੀਜ਼ਨ ਇਹ ਹੈ, ਅੱਜ ਢਿੱਲੋਂ ਸਾਹਿਬ ਸਾਰੇ ਵਰਲਡ ਦੇ ਵਿੱਚ ਅਗਰ ਕਿਸੇ ਚੀਜ਼ ਦੀ ਰੀਅਲ ਸਟੇਟ ਦੇ ਉੱਤੇ ਡਿਸਕਸ ਹੋ ਰਹੀ ਹੈ ਤਾਂ ਉਹ ਕੈਨੇਡਾ ਦੀ ਮਾਰਕੀਟ ਬਾਰੇ ਹੋ ਰਿਹਾ। ਕਿਉਂਕਿ ਮੈਂ ਤੁਹਾਨੂੰ ਚੀਮਾ ਸਾਹਿਬ ਇੱਕ ਵਾਰੀ ਫੇਰ ਮੈਂ ਥੋੜਾ ਜਿਹਾ ਤੁਹਾਡੇ ਕੋਲ ਦੁਬਾਰਾ ਸਮਝਣਾ ਚਾਹੂੰਗਾ। ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਨ੍ਹਾਂ ਦਾ ਘਰ ਅੱਜ 600,000 ਦਾ ਹੈਗਾ ਆ, ਸੋ ਉਹ ਅਗਲੇ 12 ਮਹੀਨਿਆਂ ਦੇ ਵਿੱਚ ਪੋਸੀਬਿਲਿਟੀ ਹੈ ਕਿ 30% ਥੱਲੇ ਚਲੇ ਜਾਏਗੀ ਪ੍ਰਾਈਸ? ਬਿਲਕੁਲ, ਪਰ ਮੈਂ ਢਿੱਲੋਂ ਸਾਹਿਬ ਵਿੱਚ ਥੋੜਾ ਜਿਹਾ ਤੁਹਾਨੂੰ ਤੁਹਾਡੀ ਨੌਲੇਜ ਵਾਸਤੇ ਕਹਿ ਰਿਹਾ ਕਿ ਜਿਹੜੀ ਆਪਾਂ ਮਾਰਕੀਟ ਦੀ ਗੱਲ ਕਰ ਰਹੇ ਹਾਂ, ਆਪਾਂ ਆਲ ਓਵਰ ਕੈਨੇਡਾ ਦੀ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਔਰ ਖੁਸ਼ਕਿਸਮਤੀ ਨਾਲ ਜਿਹੜੇ ਆਪਾਂ ਪ੍ਰੋਵਿੰਸ 'ਚ ਬੈਠੇ ਹੋਏ ਆ ਅਲਬਰਟਾ ਦੇ ਵਿੱਚ, ਹਾਂਜੀ, ਉਹਦੇ ਵਿੱਚ ਇਹੋ ਜਿਹੀ ਕਰੈਕਸ਼ਨ ਦਾ ਅਜੇ ਕੋਈ ਡਰ ਨਹੀਂ ਹੈਗਾ, ਕਿਉਂਕਿ ਸਟਿਲ ਜਿਹੜੇ ਅਲਬਰਟਾ ਦੇ ਪ੍ਰਾਈਸਿਸ ਨੇ ਅਜੇ ਵੀ ਜਿਹੜਾ 2015 ਦੇ ਲੈਵਲ ਤੋਂ ਥੱਲੇ ਨੇ। ਠੀਕ ਹੈ ਜੀ। ਜਿਵੇਂ ਆਪਾਂ ਪਿਛਲੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਜਿਹੜੇ ਪ੍ਰਾਈਸਿਸ ਹੈ ਹੁਣ 2007 ਦੇ ਲੈਵਲ ਤੇ ਪਹੁੰਚੇ ਨੇ, ਬਿਲਕੁਲ, ਹਾਂਜੀ, ਲੇਕਿਨ ਦੇ ਆਰ ਸਟਿਲ ਲੋਅਰ ਦੈਨ 2015। ਜੀ, ਕਿਉਂਕਿ ਤੁਹਾਨੂੰ ਯਾਦ ਹੋਊਗਾ 2014-15 ਤੱਕ ਜਦੋਂ ਪ੍ਰਾਈਸ $120 ਪਰ ਬੈਰਲ ਤੇ ਕਰੂਡ ਦੇ ਚਲੇ ਗਏ ਸੀ, ਤਾਂ ਉਦੋਂ ਇੱਕ ਤਰ੍ਹਾਂ ਦਾ ਬੂਮ ਚੱਲ ਰਿਹਾ ਸੀ ਆਪਣੀ ਅਲਬਰਟਾ ਦੀ ਮਾਰਕੀਟ 'ਚ। ਲੇਕਿਨ ਜਿਹੜਾ ਸਭ ਤੋਂ ਵੱਡਾ ਡਰ ਹੈਗਾ ਵਾ ਉਹ ਹੈਗਾ ਵਾ ਈਸਟ ਵਿੱਚ, ਜੋ ਕੈਨੇਡਾ ਦੇ ਈਸਟ ਦੇ ਵਿੱਚ ਜੋ ਹੋ ਰਿਹਾ ਵਾ। ਜੀ, ਈਸਟ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਇਕੱਲੇ ਟੋਰਾਂਟੋ ਵੱਡੀਆਂ ਮਾਰਕੀਟ ਨੂੰ ਛੱਡ ਕੇ ਤੁਸੀਂ ਉਹਨਾਂ ਦੇ ਛੋਟੇ ਸ਼ਹਿਰਾਂ ਵਿੱਚ ਚਲੇ ਜਾਓ, ਉਹਨਾਂ ਦੇ ਵਿੱਚ ਵੀ ਪ੍ਰਾਈਸ ਦੀ ਇਨਕਰੀਜ਼ ਇੰਨੀ ਜ਼ਿਆਦਾ ਸਕਾਈ ਰੌਕਟਿੰਗ ਹੋ ਰਹੀ ਹੈ। ਉੱਥੇ ਛੋਟੇ ਇੱਕ ਸਿਟੀ ਹੈਗਾ ਜੀ ਮੌਂਗਟਨ, ਨਿਊ ਬਰੰਸਵਿਕ ਦੇ ਵਿੱਚ, ਜੀ, ਹਾਂਜੀ ਹੈਗਾ ਜੀ, ਈਅਰ ਟੂ ਈਅਰ 28% ਦੀ ਉੱਥੇ ਜਿਹੜੀ ਪ੍ਰਾਈਸ ਅਪ ਹੋਏ ਨੇ, 28%। ਸੋ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਨੂੰ ਇਹ ਡਰ ਹੈਗਾ ਕਿ ਜੇ ਮੰਨ ਲਓ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਵੈਕਸੀਨੇਸ਼ਨ ਪੂਰੀ ਹੋ ਜਾਂਦੀ ਹੈ, ਕੰਪਲੀਟ ਹੋ ਜਾਂਦੀ ਹੈ, ਲੋਕਾਂ ਨੂੰ ਵਾਪਸ ਕੰਮਾਂ ਤੇ ਬੁਲਾਇਆ ਜਾ ਸਕਦਾ ਹੈ, ਠੀਕ ਹੈ ਜੀ, ਜਿਹੜੀਆਂ ਨਾਰਮਲ ਸੇਵਿੰਗਸ ਨੇ ਲੋਕਾਂ ਦੀਆਂ ਉਹ ਫਿਰ ਨਾਰਮਲ ਲੈਵਲ ਤੇ ਆ ਜਾਣਗੀਆਂ, ਕਿਉਂਕਿ ਨੈਚੁਰਲੀ ਜਦੋਂ ਮੂਵਮੈਂਟ ਸ਼ੁਰੂ ਹੋਏਗੀ ਤਾਂ ਪਾਰਟੀਆਂ ਵੀ ਸ਼ੁਰੂ ਹੋ ਜਾਣਗੀਆਂ, ਕੈਂਪਿੰਗ ਵੀ ਸ਼ੁਰੂ ਹੋ ਜਾਣਗੇ, ਜਿਹੜੀਆਂ ਉਹਨਾਂ ਸੇਵਿੰਗਸ ਘਰ ਰਹਿਣ ਕਰਕੇ ਸੀਗੀਆਂ ਉਹ ਫੈਮਿਲੀ ਦੇ ਨਾਰਮਲ ਦੁਬਾਰਾ ਪ੍ਰੀ ਪੈਂਡੈਮਿਕ ਲੈਵਲ ਤੇ ਚਲੇ ਜਾਣਗੀਆਂ। ਸੋ ਇਹਨਾਂ ਸਾਰੀਆਂ ਐਕਸਪੈਂਸਸ ਆ ਅੰਡਰ ਪ੍ਰੈਸ਼ਰ ਆ ਜਾਣਗੇ। ਸੋ ਜਿਹੜਾ ਆਪਾਂ ਫਿਰ ਦੁਬਾਰਾ ਆਰਬੀਸੀ ਤੇ ਚਲੇ ਜਾਂਦੇ, ਜਿਹੜਾ ਉਹਨਾਂ ਨੇ ਵਰਸਟ ਸਿਨੈਰੀਓ ਵਿੱਚ ਇਹ ਕਿਹਾ ਵਾ ਕਿ 30% ਅਗਰ ਪ੍ਰਾਈਸਿਸ ਕ੍ਰੈਸ਼ ਕਰ ਜਾਂਦੇ ਹਨ ਰੀਅਲ ਸਟੇਟ ਦੇ, ਜੀ, ਤਾਂ ਉਹਦਾ ਨਤੀਜਾ ਇਹ ਹੋਏਗਾ ਕਿ ਜਿਹੜਾ ਫਸਟ ਕੁਆਰਟਰ ਆਫ 2022 ਹੈ ਉਹਦੇ ਦੇ ਵਿੱਚ ਆਪਾਂ ਦੁਬਾਰਾ ਜਿਹੜਾ ਵਾ ਰਿਸੈਸ਼ਨ ਦੇ ਵਿੱਚ ਹੋਵਾਂਗੇ, ਜਿਹਨੂੰ ਉਹਨਾਂ ਨੇ ਕਿਹਾ ਵਾ ਟੈਕਨੀਕਲੀ ਡਬਲ ਡਿਪ ਰਿਸੈਸ਼ਨ। ਡਬਲ ਡਿਪ ਰਿਸੈਸ਼ਨ ਦਾ ਮਤਲਬ ਇਹ ਹੈ ਕਿ ਪਹਿਲਾ ਰਿਸੈਸ਼ਨ ਅਜੇ ਖਤਮ ਨਹੀਂ ਹੋਇਆ ਤੇ ਸੈਕੰਡ ਦੁਬਾਰਾ ਸ਼ੁਰੂ ਹੋ ਗਿਆ ਜੀ, ਕਿਉਂਕਿ ਆਪਾਂ ਜਿਵੇਂ ਜਾਣਦੇ ਹਾਂ ਕਿ 2020 ਤੋਂ ਵਿੱਚ ਵੀ ਆਪਾਂ ਰਿਸੈਸ਼ਨ ਦੇ ਸਟਿਲ ਵੀ ਆਰ ਇਨ ਦਾ ਰਿਸੈਸ਼ਨ। ਤੁਸੀਂ ਰੀਅਲ ਸਟੇਟ ਨੂੰ ਇੱਕ ਸਾਈਡ ਤੇ ਰੱਖ ਲਓ, ਬਾਕੀ ਜਿੰਨੇ ਵੀ ਸੈਕਟਰ ਇਕਨੋਮੀ ਦੇ ਹੈਗੇ ਨੇ ਦੇ ਆਰ ਨਾਟ ਪਰਫਾਰਮਿੰਗ ਜੀ। ਸੋ ਉਹਨਾਂ ਦਾ ਕਹਿਣਾ ਕਿ ਡਬਲ ਡਿਪ ਰਿਸੈਸ਼ਨ ਅਗਰ ਜੇ ਆਉਂਦਾ ਵਾ ਤਾਂ 2022 ਔਰ 2023 ਦੇ ਵਿੱਚ ਜਿਹੜੀ ਆ ਰਿਸੈਸ਼ਨ ਤੋਂ ਬਾਅਦ ਜਾ ਕੇ 2024 ਦੇ ਵਿੱਚ ਜਾ ਕੇ ਦੁਬਾਰਾ ਇੰਪਰੂਵਮੈਂਟ ਹੋਏਗੀ, ਜਿਹੜੀ 2025 ਦੇ ਐਂਡ ਤੱਕ ਰਿਕਵਰੀ ਹੋਏਗੀ। ਠੀਕ ਹੈ ਜੀ। ਉਸ ਤੋਂ ਇਲਾਵਾ ਅੱਜ ਬੈਂਕ ਆਫ ਮੌਂਟਰੀਅਲ ਦੀ ਵੀ ਇੱਕ ਪ੍ਰੈਡਿਕਸ਼ਨ ਆਈ ਹੈ, ਜਿਹਦੇ ਵਿੱਚ ਉਹਨਾਂ ਦੇ ਜਿਹੜਾ ਇਕਨੋਮਿਸਟ ਨੇ, ਜਿਹੜੇ ਆਰਥਿਕ ਮਾਹਿਰ ਨੇ, ਉਹਨਾਂ ਨੇ ਵੀ ਇਹ ਕਲੀਅਰ ਕਰ ਦਿੱਤਾ ਕਿ ਜਿਹੜਾ ਕੈਨੇਡਾ ਵਾ ਉਹ ਕਲਾਸਿਕ ਬਬਲ ਦੇ ਉੱਪਰ ਬੈਠਾ ਹੋਇਆ ਰੀਅਲ ਸਟੇਟ ਦੇ। ਔਰ ਉਹਨਾਂ ਨੇ ਜਿਹੜਾ ਆਉਣ ਵਾਲਾ ਸਿਨੈਰੀਓ ਦੱਸਿਆ, ਉਹਨਾਂ ਨੇ 2 ਸਿਨੈਰੀਓ ਦੱਸਿਆ। ਮੰਨ ਲਓ ਮੌਰਗੇਜ ਦੇ ਜਿਹੜੇ ਪ੍ਰਾਈਸ ਜਿਹੜੇ ਆ ਸੇਮ ਰਹਿੰਦੇ ਆ, ਜਿਵੇਂ ਕਹਿ ਰਹੇ ਆ ਵੀ ਬੈਂਕ ਆਫ ਕੈਨੇਡਾ ਨੇ ਕਹਿਤਾ ਕਿ ਓਵਰਨਾਈਟ ਲੈਂਡਿੰਗ ਰੇਟ 2023 ਤੱਕ ਉਹਨਾਂ ਨੇ ਸਿਗਨਲ ਦਿੱਤਾ ਵਾ, ਔਰ ਮੌਰਗੇਜ ਦੇ ਰੇਟ ਵੱਧ, ਲੇਕਿਨ ਪ੍ਰਾਈਸ ਨਹੀਂ ਰੁਕ ਰਹੇ। ਅਗਰ ਪ੍ਰਾਈਸ ਇਸੇ ਤਰ੍ਹਾਂ ਵੱਧਦੇ ਜਾਂਦੇ ਨੇ ਤੇ ਉਹਨਾਂ ਦਾ ਕਹਿਣਾ ਕਿ ਆਪਾਂ 1981 ਦਾ ਜਿਹੜਾ ਰਿਸੈਸ਼ਨ ਆਇਆ ਸੀਗਾ ਰੀਅਲ ਸਟੇਟ ਤੇ, ਅਸੀਂ ਉਸ ਲੈਵਲ ਤੇ ਪਹੁੰਚ ਜਾਵਾਂਗੇ। ਔਰ ਸੈਕੰਡ ਉਹਨਾਂ ਨੇ ਜਿਹੜਾ ਸਿਨੈਰੀਓ ਦਿੱਤਾ ਕਿ ਅਗਰ ਤੁਸੀਂ ਮੌਰਗੇਜ ਦੇ ਪ੍ਰਾਈਸਿਸ ਵੀ ਵਧੀ ਜਾ ਰਹੇ ਨੇ, ਵੱਧ ਜਾਂਦੇ ਨੇ, ਔਰ ਪ੍ਰਾਈਸਿਸ ਵੀ ਜਿਹੜੇ ਵਧੀ ਜਾਂਦੇ ਨੇ, ਤਾਂ ਦੈਨ ਅਗੇਨ ਵੀ ਵਿਲ ਬੀ ਇਨ ਦਾ ਸੇਮ ਸਿਚੁਏਸ਼ਨ। ਸੋ ਉਹਨਾਂ ਦਾ ਇਹ ਕਹਿਣਾ ਵਾ ਵੀ ਜਦੋਂ ਤੱਕ ਪਾਲਿਸੀ ਮੇਕਰ ਕੋਈ ਇਹੋ ਜਿਹਾ ਡਿਸੀਜਨ ਨਹੀਂ ਲੈਂਦੇ ਇਸ ਪ੍ਰਾਈਸ ਨੂੰ ਚੈੱਕ ਕਰਨ ਵਾਸਤੇ, ਤਾਂ ਇਹ ਜਿਹੜਾ ਕਰੰਟ ਸਿਨੈਰੀਓ, ਚਾਹੇ ਮੌਰਗੇਜ ਦੇ ਰੇਟ ਇਹੀ ਰਹਿਣ ਜਾਂ ਮੌਰਗੇਜ ਰੇਟ ਵੱਧ ਜਾਣ, ਵੀ ਆਰ ਸਿਟਿੰਗ ਔਨ ਏ ਕਲਾਸਿਕ ਬਬਲ ਆਫ ਰੀਅਲ ਸਟੇਟ। ਬਿਲਕੁਲ ਚੀਮਾ ਸਾਹਿਬ, ਦੇਖੋ ਮੈਂ ਵੀ ਜਿਹੜੀਆਂ ਰਿਪੋਰਟਸ ਔਰ ਆਰਟੀਕਲਸ ਪੜ੍ਹ ਰਿਹਾ ਹਾਂ ਪਿਛਲੇ ਦਿਨੋਂ, ਈਵਨ ਜਿਹੜਾ ਤੁਸੀਂ ਓਨਟਾਰੀਓ ਦੀ ਜ਼ਿਕਰ ਕੀਤਾ ਜਾਂ ਮੌਂਗਟਨ ਦਾ ਜ਼ਿਕਰ ਕੀਤਾ, ਉਹ 'ਚ ਚਲੋ ਨਿਊ ਬਰੰਸਵਿਕ ਹੈ, ਪਰ ਅਗਰ ਤੁਸੀਂ ਓਨਟਾਰੀਓ ਦੀ ਗੱਲ ਕਰੋ ਤੇ ਮਲਟੀਪਲ ਆਫਰਸ ਆ ਰਹੀਆਂ ਨੇ, ਔਰ
ਜਿਹੜੀ ਲਿਸਟਡ ਪ੍ਰਾਈਸ ਹੈ ਉਹ ਤੋਂ ਕਿਤੇ ਉੱਪਰ ਜਾ ਕੇ ਪ੍ਰਾਪਰਟੀਆਂ ਜਿਹੜੀਆਂ ਨੇ ਜੀ ਉਹ ਸੇਲ ਹੋ ਰਹੀਆਂ ਨੇ ਬਿਲਕੁਲ। ਔਰ ਇਹ ਟ੍ਰੈਂਡ ਜਿਹੜਾ ਆ ਅਗਰ ਆਪਾਂ ਓਨਟਾਰੀਓ ਦੇ ਪੁਆਇੰਟ ਆਫ View ਨਾਲ ਦੇਖੀਏ ਤਾਂ ਮੇਰਾ ਖਿਆਲ ਹੈ ਕਿ ਇੱਕ ਆਪਣੇ ਆਪ 'ਚ ਯੂਨੀਕ ਜਿਹਾ ਟ੍ਰੈਂਡ ਹੈਗਾ ਔਰ ਪਹਿਲਾਂ ਸ਼ਾਇਦ ਇੰਨਾ ਜ਼ਿਆਦਾ ਨਹੀਂ ਦੇਖਿਆ ਗਿਆ ਵੀ ਇਸ ਤਰੀਕੇ ਦਾ ਜਿਹੜਾ ਆ ਉਹ ਪ੍ਰਾਪਰਟੀ ਦੇ ਵਿੱਚ ਬਿਹੇਵੀਅਰ ਹੋਏਗਾ। ਮੈਂ ਚੀਮਾ ਸਾਹਿਬ ਇਹਦੇ ਬਾਰੇ ਵੀ ਤੇ ਨਾਲੇ ਇਹਨਾਂ ਪ੍ਰਾਈਸਿਸ ਨੂੰ ਇਸ ਬਬਲ ਨੂੰ ਕਰੈਕਟ ਕਰਨ ਲਈ ਕੀ ਚੀਜ਼ਾਂ ਜਿਹੜੀਆਂ ਨੇ ਕਰ ਸਕਦੇ ਆ ਆਪਾਂ ਉਹਦੇ ਤੇ ਗੱਲਬਾਤ ਕਰਾਂਗੇ। ਮਿਲਦੇ ਆ ਜੀ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫੇਰ ਪ੍ਰੋਗਰਾਮ ਕੈਲਗਰੀ ਫੋਕਸ ਦੇ ਵਿੱਚ। ਮੈਂ ਜੱਗੀ ਢਿੱਲੋਂ ਅੱਜ ਗੱਲਬਾਤ ਇੱਕ ਵਾਰ ਫੇਰ ਜਤਿੰਦਰ ਚੀਮਾ ਜੀ ਨਾਲ ਕਰ ਰਿਹਾ ਹਾਂ, ਰੀਅਲ ਐਸਟੇਟ ਐਕਸਪਰਟ ਨੇ, ਤੇ ਇਹਨਾਂ ਨਾਲ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਜਿਹੜੇ ਓਨਟਾਰੀਓ ਦੇ ਵਿੱਚ ਮਲਟੀਪਲ ਆਫਰਸ ਚੱਲ ਰਹੀਆਂ ਨੇ ਔਰ ਲਿਸਟਡ ਪ੍ਰਾਈਸ ਤੋਂ ਕਿਤੇ ਉੱਪਰ ਜਿਹੜੀ ਘਰ ਦੀ ਜਾਂ ਕੋਈ ਵੀ ਪ੍ਰਾਪਰਟੀ ਉਹਦੀ ਸੇਲ ਜਿਹੜੀ ਹੈ ਚੱਲ ਰਹੀ ਹੈ ਔਰ ਰੁਕਣ ਦਾ ਨਾਂ ਨਹੀਂ ਲੈ ਰਹੀ। ਪਰ ਜਿੱਥੇ ਇਹ ਦੱਸ ਰਹੇ ਨੇ ਕਿ ਇਹ ਬਬਲ ਹੈਗਾ ਔਰ ਵਰਲਡ ਵਾਈਡ ਜਿਹੜੀ ਆ ਡਿਸਕਸ਼ਨਸ ਨੇ ਉਹ ਇਸ ਵੇਲੇ ਕੈਨੇਡਾ ਦੀ ਚੱਲ ਰਹੀ ਰੀਅਲ ਐਸਟੇਟ ਮਾਰਕੀਟ ਨੂੰ ਲੈ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ, ਤੇ ਐਕਸਪਰਟਸ ਨੇ ਚਾਹੇ ਉਹ ਡਿਫਰੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਹੋਣ, ਉਹਨਾਂ ਦੇ ਆਪਣੇ ਤਰੀਕੇ ਨੇ ਇਸ ਪ੍ਰੋਬਲਮ ਨੂੰ ਜਿਹੜਾ ਅਸੈਸਮੈਂਟ ਕਰਨ ਦੇ ਔਰ ਉਹਦੇ ਆਉਣ ਵਾਲੇ ਜਿਹੜੇ ਟਾਈਮ ਨੇ ਉਹਦੇ ਕੌਨਸੀਕੁਐਂਸਿਸ ਨੂੰ ਕਿਸ ਤਰੀਕੇ ਨਾਲ ਜੱਜ ਕਰਦੇ ਆ ਉਹਦੇ ਬਾਰੇ ਗੱਲਬਾਤ ਹੋਰ ਕਰਦੇ ਆ ਜੀ ਆਪਣਾ ਚੀਮਾ ਸਾਹਿਬ ਨਾਲ। ਚੀਮਾ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀਗੇ ਕਿ ਇਹ ਬਬਲ ਹੈਗਾ ਆ ਔਰ ਮਲਟੀਪਲ ਆਫਰਸ ਚੱਲ ਰਹੀਆਂ ਨੇ ਓਨਟਾਰੀਓ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜੇ ਹੁਣ ਮਸਲਾ ਤੇ ਫਿਰ ਆ ਗਿਆ ਕਿ ਇਹਦੀ ਕਰੈਕਸ਼ਨ ਜਿਹੜੀ ਆ ਰਿਕੁਆਇਰਡ ਆ, ਕਿਉਂਕਿ ਮੇਰਾ ਖਿਆਲ ਹੈ ਕਿ ਅਥਾਰਟੀਜ਼ ਕਦੀ ਨਹੀਂ ਚਾਹਣਗੀਆਂ ਕਿ ਗੱਲਾਂ ਜਿਹੜੀਆਂ ਨੇ ਹੱਥੋਂ ਬਾਹਰ ਨਿਕਲ ਜਾਣ। ਕੀ ਕਹਿਣਾ ਚਾਹੁੰਦੇ ਹੋ ਜੀ? ਬਿਲਕੁਲ ਢਿੱਲੋਂ ਸਾਹਿਬ, ਜਿਹੜਾ ਪਾਲਿਸੀ ਮੇਕਰਸ ਨੇ ਉਹ ਬਹੁਤ ਵਰੀਡ ਨੇ ਕਿ ਅਗਰ ਇਹ ਪ੍ਰਾਈਸ ਨਹੀਂ ਰੁਕਦੇ ਤਾਂ ਅਗਰ ਮਾਰਕੀਟ ਦੇ ਵਿੱਚ ਕਰੈਕਸ਼ਨ ਆਉਂਦੀ ਹੈ ਤਾਂ ਤੁਹਾਨੂੰ ਪਤਾ ਹੋਏਗਾ ਜਦੋਂ ਅਗਰ ਕਰੈਕਸ਼ਨ ਆਉਂਦੀ ਹੈ ਨੰਬਰ ਆਫ ਫੋਰਕਲੋਜ਼ਰਸ ਵੱਧਦੀਆਂ ਨੇ ਜੀ, ਤਾਂ ਉਹਦਾ ਸਭ ਤੋਂ ਜਿਹੜਾ ਮਾੜਾ ਅਸਰ ਪੈਂਦਾ ਵਾ ਕੈਨੇਡੀਅਨ ਗੌਰਮੈਂਟ ਨੂੰ ਸਹਿਣਾ ਪਏਗਾ। ਠੀਕ ਹੈ। ਸੋ ਇੱਕ ਬੜੀ ਵੱਡੀ ਚਿੰਤਾ ਦੇ ਵਿੱਚ ਮਤਲਬ ਪਾਲਿਸੀ ਮੇਕਰ ਇਸ ਵੇਲੇ ਬੈਠੇ ਵੀ ਕੀ ਕੀਤਾ ਜਾਏ ਕਿ ਜੇ ਪਾਲਿਸੀ ਵਿੱਚ ਕੋਈ ਇਹੋ ਜਿਹੀ ਚੇਂਜ ਲਿਆਂਦੀ ਜਾਵੇ ਕਿ ਜਿਹਨਾਂ ਲਈ ਪ੍ਰਾਈਸਾਂ ਦੇ ਵਿੱਚ ਜਿਹੜੇ ਅਨਲਿਮਿਟਿਡ ਵਾਧੇ ਜਾ ਰਹੇ ਨੇ ਉਹਨਾਂ ਦੇ ਵਿੱਚ ਉਹਨਾਂ ਵਿੱਚ ਕਰੈਕਸ਼ਨ ਆਏ ਜਾਂ ਉਹਨਾਂ ਨੂੰ ਹਾਂ ਉਹਦਾ ਵੇਖੋ ਜਿਹੜੇ ਪ੍ਰਾਈਸ ਵੱਧ ਰਹੇ ਨੇ ਨਾ ਇਹਦੇ ਵਿੱਚ ਕੋਈ ਫੰਡਾਮੈਂਟਲੀ ਕੁਛ ਨਹੀਂ ਹੈਗਾ। ਇਹ ਢਿੱਲੋਂ ਸਾਹਿਬ ਮੈਨੂੰ ਕਿਹਾ ਜਾਂਦਾ ਵਾ ਸਿੰਕਰੋਨਾਈਜੇਸ਼ਨ ਆਫ ਪ੍ਰਾਈਸਿਸ। ਸਿੰਕਰੋਨਾਈਜੇਸ਼ਨ ਦਾ ਮਤਲਬ ਇਹ ਆ, ਮੈਂ ਆਪਣੇ ਵਿਊਅਰਸ ਨੂੰ ਦੱਸ ਦਿੰਦਾ ਕਿ ਜਦੋਂ ਲੋਕ ਸਟਾਪ ਥਿੰਕਿੰਗ ਰੈਸ਼ਨਲੀ, ਲੋਕ ਦੂਸਰਿਆਂ ਦੀ ਰੀਸ ਕਰਨੀ ਸ਼ੁਰੂ ਕਰ ਦਿੰਦੇ ਨੇ। ਜਿਵੇਂ ਇੱਕ ਇੰਗਲਿਸ਼ ਦੇ ਵਿੱਚ ਇੱਕ ਸਲੈਂਗ ਹੈਗਾ ਫੋਮੋ, ਫੀਅਰ ਆਫ ਟੂ ਮਿਸ ਆਊਟ, ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਹੜੀ ਇਹ ਬੱਸ ਜਾ ਰਹੀ ਹੈ ਇਹਦੇ ਵਿੱਚ ਮੈਂ ਰਹਿ ਨਾ ਜਾਵਾਂ ਚੜ੍ਹਨ ਤੋਂ। ਸੋ ਜਦੋਂ ਤੁਸੀਂ ਕਿਸੇ ਦੀ ਰੀਸ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੀ ਰਿਸ਼ਤੇਦਾਰਾਂ ਦੀ, ਸੋ ਇਹੋ ਜਿਹਾ ਜਦੋਂ ਬਿਹੇਵੀਅਰ ਰੀਅਲ ਐਸਟੇਟ ਮਾਰਕੀਟ 'ਚ ਆ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਵਾ ਸਿੰਕਰੋਨਾਈਜੇਸ਼ਨ ਆਫ ਪ੍ਰਾਈਸਿਸ, ਕਿ ਪ੍ਰਾਈਸਿਸ ਜਿਹੜੇ ਬਿਨਾਂ ਕਿਸੇ ਫੰਡਾਮੈਂਟਲਸ ਤੋਂ ਬਿਨਾਂ ਕਿਸੇ ਲੌਜਿਕ ਤੋਂ ਵੱਧਦੇ ਜਾ ਰਹੇ ਨੇ। ਹੁਣ ਪਾਲਿਸੀ ਮੇਕਰ ਲਈ ਕੀ ਹੈਗਾ ਇਹਦਾ ਸੋਲਿਊਸ਼ਨ? ਜੋ ਮਤਲਬ ਡਿਫਰੈਂਟ ਕੁਆਰਟਰਸ ਤੋਂ ਪ੍ਰੈਸ਼ਰ ਪੈ ਰਿਹਾ ਵਾ, ਤਾਂ ਉਹਨਾਂ ਨੇ ਇੱਕ ਨਿਊਜ਼ੀਲੈਂਡ ਦੀ ਐਗਜ਼ਾਮਪਲ ਆਈ ਹੈ ਜਿਹੜੇ ਨਿਊਜ਼ੀਲੈਂਡ ਨੇ ਕੀ ਕੀਤਾ ਵਾ ਕਿ ਉਹਨਾਂ ਨੇ ਇੱਕ ਤਾਂ ਜਿਹੜੀ ਡਾਊਨ ਪੇਮੈਂਟ ਨੇ, ਮੈਂ ਗੱਲ ਕਰਾਂਗਾ ਇਨਵੈਸਟਰਸ ਦੀ ਕਿਉਂਕਿ ਜਿਹੜੇ ਮੋਸਟਲੀ ਸਪੈਕੂਲੇਸ਼ਨ ਨੇ ਉਹ ਇਨਵੈਸਟਰਸ ਨੇ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਬੈਠਾ ਹੋਇਆ ਕਿ ਇਹ ਪ੍ਰਾਈਸ ਕਦੀ ਰੁਕਣੇ ਨਹੀਂ। ਤਾਂ ਹੋ ਸਕਦਾ ਵਾ ਜਿਹਦੇ ਵੀ ਗਵਰਨਮੈਂਟ ਆਫ ਕੈਨੇਡਾ ਜਿਹੜੀ ਆ ਜਿਹੜੀ ਡਾਊਨ ਪੇਮੈਂਟ ਆ ਜਿਹੜੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਆਪਾਂ ਬਾਏ ਕਰਦੇ ਆ ਉਹਨਾਂ ਦੇ ਉੱਤੇ ਜਿਹੜੀ ਲਿਮਿਟ ਆ 40% ਤੱਕ ਕਰ ਦੇਵੇ। ਅੱਛਾ ਜੀ। ਸੈਕੰਡ ਜਿਹੜੀ ਸਭ ਤੋਂ ਵੱਡੀ ਹੈਗੀ ਆ ਉਹ ਇਹ ਹੈਗੀ ਆ ਕਿ ਕੈਨੇਡਾ ਦੇ ਵਿੱਚ ਜਿਹੜਾ ਆਪਾਂ ਜਦੋਂ ਤੁਸੀਂ ਡਾਊਨ ਪੇਮੈਂਟ 40% ਦੀ ਕਹਿ ਰਹੇ ਹੋ ਕਿ ਜਿਹੜੀ ਅਪ ਫਰੰਟ ਕੰਟਰੀਬਿਊਸ਼ਨ ਹੈਗੀ ਆ ਬਾਇਰ ਵੱਲੋਂ ਉਹ ਮਿਨੀਮਮ 40% ਹੋ ਜਾਏਗੀ ਆਫ ਦਾ ਟੋਟਲ ਪ੍ਰਾਈਸ। ਜਿਵੇਂ ਅੱਜ ਫੈਡਰਲ ਗਵਰਨਮੈਂਟ ਦਾ ਹੈਗਾ ਵੀ ਜੇ ਮੰਨ ਲਓ ਮੇਰੇ ਕੋਲ ਮੈਂ ਇੱਕ ਪ੍ਰਾਇਮਰੀ ਰੈਜ਼ੀਡੈਂਸ ਜਿੱਥੇ ਮੈਂ ਰਹਿ ਰਿਹਾ ਵਾਂ, ਮੰਨ ਲਓ ਫਸਟ ਟਾਈਮ ਹੋਮ ਬਾਇਰ ਉਹ ਤਾਂ 5% ਡਾਊਨ ਦੇ ਉੱਤੇ ਵੀ ਉਹ ਘਰ ਲੈ ਸਕਦਾ। ਲੇਕਿਨ ਉਹ ਅਗਰ ਸੋਚੇ ਕਿ ਹੁਣ ਮੈਂ ਸੈਕੰਡ ਪ੍ਰੋਪਰਟੀ ਹੋਲਡ ਕਰਨੀ ਚਾਹੁੰਦਾ ਵਾ ਜਿਹਨੂੰ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਬਣਾਉਣਾ, ਤਾਂ ਫੈਡਰਲ ਗਵਰਨਮੈਂਟ ਦੀ ਇਹ ਪਾਲਿਸੀ ਹੈ ਕਿ ਹੀ ਹੈਜ਼ ਟੂ ਪੁੱਟ 20% ਡਾਊਨ ਪੇਮੈਂਟ। ਸੋ ਉਸ 20% ਨੂੰ 40% ਤੇ ਲੈ ਕੇ ਜਾ ਸਕਦੇ ਆ। ਫਿਰ ਤੁਹਾਨੂੰ ਯਾਦ ਹੈ ਕਿ ਹਰ ਇੱਕ ਦਾ ਇੱਕ ਮੌਰਗੇਜ ਸਟ੍ਰੈਸ ਟੈਸਟ ਹੁੰਦਾ ਜਿਹੜਾ ਅੱਜ ਕੱਲ੍ਹ 4.79 ਆ, ਹੋ ਸਕਦਾ ਉਹਨੂੰ ਉਸ ਸਟ੍ਰੈਸ ਟੈਸਟ ਨੂੰ ਜ਼ਿਆਦਾ ਵਧਾ ਦਿੱਤਾ ਜਾਵੇ, ਹੋਰ ਵਧਾ ਦੇਣ। ਠੀਕ ਹੈ ਜੀ। ਔਰ ਥਰਡ ਜਿਹੜੀ ਮੇਨ ਰੀਜ਼ਨ ਹੈ ਜਿਹੜੀਆਂ ਜੇ ਆਪਾਂ ਓਨਟਾਰੀਓ ਔਰ ਵੈਨਕੂਵਰ ਦੀ ਗੱਲ ਕਰੀਏ, ਟੋਰਾਂਟੋ ਤੋਂ ਵੈਨਕੂਵਰ ਦੀ, ਤਾਂ ਉੱਥੇ ਕੀ ਹੋ ਰਿਹਾ ਵਾ ਜਿਹੜੀ ਪ੍ਰਾਇਮਰੀ ਰੈਜ਼ੀਡੈਂਸ ਦੇ ਵਿੱਚ ਵੀ ਫਲਿੱਪਿੰਗ ਹੋ ਰਹੀ ਹੈ। ਠੀਕ ਹੈ ਜੀ।
ਔਰ ਪ੍ਰਾਇਮਰੀ ਰੈਜ਼ੀਡੈਂਸ ਵਿੱਚ ਫਲਿੱਪਿੰਗ ਦੇ ਵਿੱਚ ਮੰਨ ਲਓ ਜੇ ਤੁਸੀਂ ਮੰਨ ਲਓ ਮੇਰਾ ਘਰ 1 ਲੱਖ ਵੱਧ ਜਾਂਦਾ ਵਾ ਔਰ ਮੈਂ ਉਹ ਘਰ ਵੇਚ ਕੇ ਜਿਹੜਾ 1 ਲੱਖ ਉਹ ਮੇਰੇ ਲਈ ਟੈਕਸ ਫ੍ਰੀ ਬੈਨੀਫਿਟ ਆ ਜੀ, ਉਹਦੇ ਉੱਤੇ ਕੋਈ ਟੈਕਸ ਮੈਂ ਪੇ ਨਹੀਂ ਕਰਦਾ, ਤਾਂ ਫੈਡਰਲ ਗਵਰਨਮੈਂਟ ਇਹ ਸੀਰੀਅਸਲੀ ਸੋਚ ਰਹੀ ਹੈ ਕਿ ਉਹਦੀ ਇੱਕ ਸੀਲਿੰਗ ਕਰ ਦਿੱਤੀ ਜਾਵੇ ਜੀ। ਕਿ ਤੁਸੀਂ ਵਾਂਸ ਇਨ ਏ ਲਾਈਫ ਇੱਕ 2.5 ਲੱਖ ਦੀ, ਜਿਵੇਂ US ਦੇ ਵਿੱਚ $2.5 ਲੱਖ ਇੱਕ ਸਿੰਗਲ ਅਗਰ ਹੋਮ ਓਨਰ ਹੈ 1% ਹੈ ਤਾਂ ਉਹਦੀ 2.5 ਲੱਖ ਦੀ ਸੀਲਿੰਗ ਹੈ, ਅਗਰ ਉਹ ਕਪਲ ਹੈਗਾ ਤਾਂ ਉਹਨਾਂ ਦੇ $5 ਲੱਖ ਦੀ ਸੀਲਿੰਗ ਹੈ। ਸੋ ਇਹੋ ਜਿਹਾ ਵੀ ਇੱਕ ਮਤਲਬ ਫੈਡਰਲ ਗਵਰਨਮੈਂਟ ਸੋਚ ਰਹੀ ਹੈ, ਪ੍ਰਪੋਜ਼ਲ ਹੈ, ਲੇਕਿਨ ਨਥਿੰਗ ਇਜ਼ ਔਨ ਦਾ ਟੇਬਲ। ਬਟ ਲੇਕਿਨ ਇਹ ਜਿਹੜਾ 19 ਅਪ੍ਰੈਲ ਦਾ ਜਿਹੜਾ ਬਜਟ ਆ ਰਿਹਾ ਵਾ ਫੈਡਰਲ ਗਵਰਨਮੈਂਟ ਦਾ, ਹੋ ਸਕਦਾ ਉਹਦੇ ਵਿੱਚ ਕੋਈ ਇਹੋ ਜਿਹੇ ਉਹ ਚੀਜ਼ਾਂ ਲਿਆ ਸਕਦੇ ਨੇ ਇਸ ਰੀਅਲ ਏਸਟੇਟ ਮਾਰਕੀਟ ਨੂੰ ਮਤਲਬ ਆਪਣੇ ਦੁਬਾਰਾ ਉਸ ਵਿੱਚ ਲੈ ਕੇ, ਤਾਂ ਕਿ ਅਫੋਰਡੇਬਿਲਿਟੀ ਜਿਹੜੀ ਹੈ ਲੋਕਾਂ ਦੀ ਰਵੇ। ਕਿਉਂਕਿ ਜੇ ਅਫੋਰਡੇਬਿਲਿਟੀ ਖਤਮ ਹੋ ਜਾਏਗੀ ਤਾਂ ਜਿਹੜਾ ਡਿਫਰੈਂਸ ਹੈ ਬਿਟਵੀਨ ਹੈਵ ਐਂਡ ਹੈਵ ਨੋਟਸ ਉਹ ਵੱਧਦਾ ਜਾ ਰਿਹਾ ਵਾ, ਵਿਚ ਇਜ਼ ਨੋਟ ਗੁੱਡ। ਦੂਸਰਾ ਚੀਮਾ ਸਾਹਿਬ ਜੋ ਮੈਂ ਦੇਖਦਾ ਹਾਂ ਕਿ ਉਹ ਇਹ ਹੈਗਾ ਕਿ ਅਗਰ ਇਹ ਚੀਜ਼ ਜਿਹੜੀ ਹੈ ਪ੍ਰਾਈਸਿਸ ਇਸ ਤਰੀਕੇ ਨਾਲ ਕੰਟੀਨਿਊ ਰਹਿੰਦੀਆਂ ਨੇ, ਉਹਦਾ ਇੱਕ ਸਭ ਤੋਂ ਵੱਡਾ ਨੁਕਸਾਨ ਇਹ ਹੈਗਾ ਕਿ ਮੰਨ ਲਓ ਇਹ ਅਗਰ ਪ੍ਰਾਈਸਿਸ ਜਿੱਦਾਂ ਤੁਸੀਂ ਕਿਹਾ ਵੀ ਕੋਈ ਫੰਡਾਮੈਂਟਲ ਕਿਸੇ ਰੀਜ਼ਨ ਕਰਕੇ ਨਹੀਂ ਉੱਪਰ ਜਾ ਰਹੀਆਂ, ਇਹ ਜਸਟ ਇੱਕ ਸਪੈਕੂਲੇਸ਼ਨ ਦੇ ਬੇਸ ਦੇ ਉੱਤੇ ਔਰ ਜਿੱਦਾਂ ਆਪਾਂ ਕਹਿੰਦੇ ਆ, ਤੁਸੀਂ ਕਹਿ ਰਹੇ ਸੀਗੇ ਵੀ ਰੀਸ ਹੈਗੀ ਹੈ, ਤੇ ਜਦੋਂ ਇਨਸਾਨ ਰੀਸ ਕਰਨ ਲੱਗਦਾ ਆ ਜਾਂ ਇਹ ਕਹਿੰਦਾ ਵੀ ਜੇ ਉਹਨਾਂ ਨੇ ਘਰ ਬਦਲ ਲਿਆ ਚਲੋ ਮੈਂ ਵੀ ਬਦਲਾਂ, ਜਾਂ ਜੇ ਉਹਨਾਂ ਨੇ ਆਪਣਾ ਘਰ ਪੁਰਾਣਾ ਸੇਲ ਕੀਤਾ, ਉਹਨਾਂ ਨੇ ਇੰਨਾ ਪੈਸਾ ਬਣਾ ਲਿਆ, ਤੇ ਕਿਉਂ ਨਾ ਹੋਵੇ ਕਿ ਮੈਂ ਜਿਹੜਾ ਆ ਉਹ ਹਾਇਰ ਪ੍ਰਾਈਸ ਦੇ ਉੱਤੇ ਮੈਂ ਵੀ ਐਡਵਾਂਟੇਜ ਲੈ ਕੇ ਤੇ ਵੱਡੇ ਘਰ 'ਚ ਜਾਂ ਵਧੀਆ ਲੋਕੇਸ਼ਨ ਤੇ ਚਲੇ ਜਾ। ਸੋ ਉਹ ਇੱਕ ਚੇਨ ਰਿਐਕਸ਼ਨ ਆ ਜਿਹੜਾ ਟ੍ਰਿਗਰ ਕਰਦਾ ਆ ਸਾਰੇ ਐਕਸ਼ਨ। ਬਿਲਕੁਲ ਉਸੇ ਨੂੰ ਸਪੈਕੂਲੇਸ਼ਨ ਆਫ ਪ੍ਰਾਈਸਿਸ ਕਿਹਾ ਜਾਂਦਾ ਹੈ, ਜਿਹੜੀਆਂ ਕਰਦੇ ਆ। ਸੋ ਉਹ ਕਿਤੇ ਨਾ ਕਿਤੇ ਅਗਰ ਜਾ ਕੇ ਜਦੋਂ ਗੱਲ ਰੁਕੇਗੀ ਤੇ ਅਗਰ ਉਹ ਪ੍ਰਾਈਸਿਸ ਡਿੱਗਦੀਆਂ ਨੇ, ਤੁਸੀਂ ਮੌਰਗੇਜ ਰੀਪੇ ਕਰਨ ਦੀ ਕੈਪੈਸਿਟੀ 'ਚ ਨਹੀਂ ਹੈਗੇ, ਤੇ ਫਿਰ ਜਿਹੜੇ ਨੇ ਡਿਫਾਲਟ ਰੇਟ ਜਿਹੜਾ ਆ ਅਗਰ ਬਾਇਰ ਦਾ ਜਿਹੜਾ ਉੱਪਰ ਜਾਂਦਾ ਤੇ ਉਹ ਅਲਟੀਮੇਟਲੀ ਉਹ ਸਾਰਾ ਸਿਨੈਰੀਓ ਜਿਹੜਾ ਆ ਉਹ ਫਿਰ ਜਿਹੜਾ ਇਕਨੋਮਿਕ ਸੈਟਬੈਕ ਜਿਹੜੀ ਹੈ ਓਵਰਆਲ ਕਮਿਊਨਿਟੀ ਓਵਰਆਲ, ਹਾਂਜੀ ਉਹ ਸਾਰੇ ਜਿੰਨੇ ਵੀ ਦੇਖੋ ਜਿੰਨੇ ਵੀ ਇਕਨੋਮੀ ਦੇ ਮਤਲਬ ਪ੍ਰੋਡਕਟਿਵ ਇੰਜਨਸ ਨੇ ਹੈਗੇ ਨੇ, ਜਿਹੜੇ ਮੰਨ ਲਓ ਤੁਸੀਂ ਅਲੱਗ-ਅਲੱਗ ਸੈਕਟਰਸ ਨੇ ਇਕਨੋਮੀ ਦੇ, ਠੀਕ ਹੈ ਜੀ, ਉਹਨਾਂ ਸਾਰਿਆਂ ਦਾ ਅਸਰ ਪਏਗਾ ਜੀ। ਜੇ ਅਗਰ ਰੀਅਲ ਏਸਟੇਟ ਇਜ਼ ਅ ਬਿਗ ਵੇਖੋ ਰੀਅਲ ਏਸਟੇਟ ਜਿਹੜੀ ਹੈ ਕੈਨੇਡਾ ਦੀ ਇਸ ਵੇਲੇ ਜੋ ਲੇਟੈਸਟ ਫਿਗਰਸ ਆ ਰਹੀਆਂ ਨੇ, ਇਟ ਇਜ਼ ਕਲੋਜ਼ ਟੂ 9% ਆਫ ਦਾ GDP। ਠੀਕ ਹੈ ਜੀ, ਜਿਹੜੇ 2020 ਦੇ ਵਿੱਚ 9% ਜਿਹੜੀ ਕਿ ਨਾਰਮਲੀ 6% ਹੁੰਦੀ ਸੀਗੀ ਜੀ, ਜਿਹੜੀ 2020 ਚ 9% ਤੇ ਪਹੁੰਚ ਗਈ ਆ। ਔਰ ਜਦੋਂ ਵੀ ਕੋਈ ਰਿਸੈਸ਼ਨ ਹੁੰਦਾ ਵਾ, ਕੋਈ ਵੀ ਅਗਰ ਮੰਨ ਲਓ ਤੁਹਾਡੀ ਇਕਨੋਮੀ ਦਾ ਕੋਈ ਵੀ ਸੈਕਟਰ ਗਰੋ ਕਰਦਾ ਤਾਂ ਉਹ ਇੱਕ ਚੰਗੀ ਚੀਜ਼ ਸਮਝੀ ਜਾਂਦੀ ਹੈ, ਲੇਕਿਨ ਹੁਣ ਰੀਅਲ ਏਸਟੇਟ ਦੀ ਜਿਹੜੀ ਗਰੋਥ ਹੈ ਉਹ ਤੁਹਾਡੇ ਮਤਲਬ ਪਹੁੰਚ ਤੋਂ ਬਾਹਰ ਹੀ ਜਾਈ ਜਾ ਰਹੀ ਹੈ। ਬਿਲਕੁਲ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਇਹ ਉਮੀਦ ਕੀਤੀ ਜਾ ਰਹੀ ਆ ਔਰ ਇਹ ਪ੍ਰੈਡਿਕਸ਼ਨ ਆ ਰਹੀ ਆ ਮਾਰਕੀਟ 'ਚ ਆਰਥਿਕ ਮਾਹਰਾਂ ਵੱਲੋਂ ਕਿ ਫੈਡਰਲ ਗਵਰਨਮੈਂਟ ਕੋਈ ਇਹੋ ਜਿਹੇ, ਲੇਕਿਨ ਫਿਰ ਉੱਥੇ ਗੱਲ ਇੱਕ ਹੋਰ ਆ ਜਾਂਦੀ ਹੈ ਕਿ ਵਨ ਸਾਈਜ਼ ਫਿਟ ਨੋਟ ਟੂ ਆਲ, ਕਿ ਇੱਕ ਜਿਹੜਾ ਸਾਈਜ਼ ਉਹ ਸਾਰਿਆਂ ਨੂੰ ਫਿੱਟ ਨਹੀਂ ਹੁੰਦਾ। ਸੋ ਉਹਦੇ ਵਿੱਚ ਲੇਕਿਨ ਹੋ ਸਕਦਾ ਵਾ ਵੀ ਐਲਬਰਟਾ ਔਰ ਸਕੈਚਵਨ ਨੂੰ ਉਹਦੇ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਐਲਬਰਟਾ ਔਰ ਸਕੈਚਵਨ ਦੇ ਅਗਰ ਮੰਨ ਲਓ ਇਹੋ ਜਿਹੇ ਕੋਈ ਜਿਹੜੇ ਹਾਰਡ ਰੂਲਸ ਲੈ ਕੇ ਆਉਂਦੀ ਆ ਉਹ ਇਹਨਾਂ ਉੱਤੇ ਲਾਗੂ ਕਰਦੇ ਤਾਂ ਅਸੀਂ ਆਲਰੇਡੀ ਵੀ ਆਰ ਇਨ ਰਿਸੈਸ਼ਨ, ਅਸੀਂ ਤਾਂ 2014 ਤੋਂ ਸਫਰ ਕਰ ਰਹੇ ਹਾਂ। ਦੇਖਿਆ ਜਾਵੇ ਤੇ ਹਾਊਸਿੰਗ ਔਰ ਆਟੋਮੋਬਾਈਲ ਇੰਡਸਟਰੀ ਆ ਜਿਹੜੀ ਥੋੜਾ ਜਿਹਾ ਜੌਬਸ ਵੀ ਕ੍ਰੀਏਟ ਕਰਕੇ ਰੱਖੀਆਂ ਨੇ ਔਰ ਇਕਨੋਮੀ ਨੂੰ ਟ੍ਰਿਗਰ ਕਰ ਰਹੀ ਹੈ ਜਾਂ ਬੂਸਟ ਕਰ ਰਹੀ ਹੈ। ਬਿਲਕੁਲ। ਅਗਰ ਇਹਨਾਂ ਪ੍ਰੋਵਿੰਸਸ ਨੂੰ ਵੀ ਅਗਰ ਉਹ ਸਟ੍ਰਿਕਟਲੀ ਅਗਰ ਕੋਈ ਐਸਾ ਰੂਲ ਲਿਆਉਂਦੇ ਨੇ ਤੇ ਐਨਫੋਰਸ ਕਰਦੇ ਆ, ਤੇ ਉਹਦਾ ਕਾਊਂਟਰ ਪ੍ਰੋਡਕਟਿਵ ਜਿਹੜਾ ਆ ਰਿਜ਼ਲਟ ਜਿਹੜਾ ਉਹ ਵੀ ਹੋ ਸਕਦਾ। ਬਿਲਕੁਲ ਢਿੱਲੋਂ ਸਾਹਿਬ, ਜਿਵੇਂ ਪਿੱਛੇ ਜੇ ਇੱਕ ਨਿਊਜ਼ ਵੀ ਆਈ ਸੀ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਕਿਸੇ ਨੇ ਇਨਫੋਰਮੇਸ਼ਨ ਲਈ ਸੀ ਕਿ ਆਪਣਾ ਜਿਹੜਾ ਫਾਈਨੈਂਸ ਮਿਨਿਸਟਰ ਆ ਪ੍ਰੋਵਿੰਸ ਦਾ, ਉਹਨਾਂ ਨੇ ਇੱਕ ਲੈਟਰ ਲਿਖੀ ਸੀ ਅਗਸਤ ਵਿੱਚ ਫੈਡਰਲ ਦੇ ਫਾਈਨੈਂਸ ਮਿਨਿਸਟਰ ਨੂੰ ਕਿ ਅਲਬਰਟਾ ਨੂੰ ਇਸ ਸਟ੍ਰੈਸ ਟੈਸਟ ਤੋਂ ਬਾਹਰ ਕੱਢਣਾ ਚਾਹੀਦਾ ਵਾ। ਸੋ ਇਹੀ ਮਤਲਬ ਸਾਡੇ ਤਾਂ ਕਿਉਂਕਿ ਇੱਥੇ ਤਾਂ ਗਰੋਥ ਦੀ ਲੋੜ ਹੈਗੀ ਆ, ਲੇਕਿਨ ਇੱਥੇ ਕੋਈ ਇਹੋ ਜਿਹਾ ਨਹੀਂ ਹੋ ਰਿਹਾ ਕਿ ਮਤਲਬ ਪ੍ਰਾਈਸ ਇੰਨੇ ਸਕਾਈ ਰੌਕਟਿੰਗ ਹੋ ਗਿਆ ਕਿ ਉਹ ਕਿਸੇ ਰੀਚ ਤੋਂ ਬਾਹਰ ਨਹੀਂ। ਸਟਿਲ ਕੈਨੇਡਾ ਵਿੱਚ ਜੇ ਕੋਈ ਅਫੋਰਡੇਬਲ ਸਿਟੀਜ਼ ਹੈਗੇ ਨੇ ਤਾਂ ਕੈਲਗਰੀ ਇਜ਼ ਵਨ ਆਫ ਦੈਮ, ਕਿ ਜਿੱਥੇ ਅੱਜ ਵੀ ਤੁਸੀਂ ਘਰ ਜਿਹੜੀ ਹੈ ਤੁਹਾਡੀ ਅਫੋਰਡੇਬਿਲਿਟੀ ਹੈਗੀ ਆ, ਤੁਸੀਂ ਖਰੀਦ ਸਕਦੇ ਹੋ, ਦੇ ਆਰ ਸਟਿਲ ਇਨ ਯੋਰ ਰੇਂਜ। ਪਰ ਚੀਮਾ ਸਾਹਿਬ, ਜਿੱਥੇ ਆਪਾਂ ਗੱਲ ਕਰਦੇ ਹਾਂ, ਚਲੋ ਫੈਡਰਲ ਗਵਰਨਮੈਂਟ ਨੇ ਆਪਣਾ ਰੋਲ ਪਲੇ ਕਰਨਾ ਆ, ਉਹਨਾਂ ਦੇ ਆਪਣੇ ਅਬਜ਼ਰਵਰ ਨੇ, ਔਰ ਦੂਸਰਾ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਔਰ ਵੱਡੇ ਬੈਂਕਸ ਨੇ ਜਿਹੜੇ ਉਹਨਾਂ ਦੀ ਆਪਣੀ ਇੱਕ ਜਿਹੜੀ ਹਾਈਲੀ ਆਈ ਵੁੱਡ ਸੇ ਸਕਿਲਫੁਲ ਟੀਮ ਹੁੰਦੀ ਆ ਜਿਹੜੀ ਇਹਨਾਂ ਗੱਲਾਂ ਨੂੰ ਸਾਰੇ ਨੂੰ ਮੋਨੀਟਰ ਕਰਦੀ ਆ। ਪਰ ਕਿਤੇ ਕਿਤੇ ਤੁਹਾਨੂੰ ਇਹ ਵੀ ਫੀਲ ਹੁੰਦਾ ਹੈ ਕਿ ਜਿਹੜੀ ਇਨਵੈਂਟਰੀ ਲੈਵਲ ਹੈਗਾ ਉਹਦਾ ਵੀ ਬੜਾ ਵੱਡਾ ਰੋਲ ਆ ਇਸ ਪ੍ਰਾਈਸ ਦੇ ਵਿੱਚ। ਬਿਲਕੁਲ ਢਿੱਲੋਂ ਸਾਹਿਬ, ਜੇ ਆਪਾਂ ਇਨਵੈਂਟਰੀ ਲੈਵਲ ਦਾ ਵੇਖੋ, ਇਨਵੈਂਟਰੀ ਦੇ ਵਿੱਚ ਵੇਖੋ ਮੈਂ ਹੁਣ ਦੋ ਤਰ੍ਹਾਂ ਦੀ ਆ, ਇੱਕ ਤਾਂ ਰੀਸੇਲ ਦੀ ਇਨਵੈਂਟਰੀ ਆ ਔਰ ਇੱਕ ਜਿਹੜੇ ਨਿਊ ਹਾਊਸ ਬਿਲਟ ਹੋ ਰਹੇ ਨੇ ਉਹਨਾਂ ਦੀ ਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਇਨਵੈਂਟਰੀ ਦਾ ਲੈਵਲ ਲੋ ਹੋ ਰਿਹਾ ਵਾ, ਉਹਦਾ ਇਨਵੈਂਟਰੀ ਦਾ ਲੈਵਲ ਸਿਰਫ ਇਸ ਕਰਕੇ ਲੋ ਹੋ ਰਿਹਾ ਕਿ ਰੀਸੇਲ ਦੇ ਵਿੱਚ ਘਰ ਨਹੀਂ ਆ ਰਹੇ ਜੀ। ਔਰ ਇਹ ਇੱਕ ਮਾਰਕੀਟ ਦਾ ਫੈਕਟ ਹੈਗਾ ਕਿ ਜਦੋਂ ਪ੍ਰਾਈਸ ਵੱਧਦੇ ਆ ਜਿਹੜਾ ਸੈਲਰ ਉਹ ਇੱਕ ਸਾਈਡ ਤੇ ਬੈਠ ਜਾਂਦਾ,
ਹੀ ਇਜ਼ ਵੇਟਿੰਗ ਫॉर ਦਾ ਰਾਈਟ ਟਾਈਮ। ਰਾਈਟ ਟਾਈਮ। ਹੁਣ ਉਹ ਨੈਚੁਰਲੀ ਜਦੋਂ ਇੱਕ ਸੈਲਰ ਇਹ ਵੇਟ ਕਰ ਰਿਹਾ ਕਿ ਹਜੇ ਹੋਰ ਪ੍ਰਾਈਸ ਉੱਪਰ ਜਾਣਗੇ ਤਾਂ ਮੈਂ ਫੇਰ ਲਿਸਟ ਕਰਾਂਗਾ। ਲੇਕਿਨ ਦੂਸਰੀ ਸਾਈਡ ਤੇ ਜਿਹੜੇ ਬਿਲਡਰ ਘਰ ਬਣਾ ਰਹੇ ਆ, ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਲਾਸਟ 2020 ਦਾ ਕੁਆਟਰ ਹੈ ਉਹਦੀਆਂ ਫਿਗਰਸ ਆਈਆਂ ਨੇ, ਉਹਦੇ ਵਿੱਚ ਬਿਲਡਰਸ ਨੇ 50,000 ਘਰ ਕੰਪਲੀਟ ਕਰਕੇ ਜਿਹੜੇ ਮਾਰਕੀਟ ਵਿੱਚ ਦਿੱਤੇ ਨੇ। ਅੱਛਾ ਜੀ। ਵਿਚ ਇਜ਼ ਅ ਨਿਊ ਰੈਕੋਰਡ। ਓਕੇ। ਬਿਲਕੁਲ। ਉਹ ਜਿਹੜੀ ਪਾਪੂਲੇਸ਼ਨ ਇਨਕਰੀਜ਼ ਹੋਈ ਹੈ, ਜਿਹੜਾ ਬਿਲਡਰਸ ਬਿਲਕੁਲ ਆਪਣੀ ਬ੍ਰੇਕ ਨੈਕ ਸਪੀਡ ਉੱਤੇ ਜਿਹੜੇ ਉਹ ਕਰ ਰਹੇ, ਉਹਨਾਂ ਵੱਲੋਂ ਕੋਈ ਵੀ ਡਿਲੇ ਨਹੀਂ ਹੋ ਰਿਹਾ। ਔਰ ਇਸ ਸਾਲ ਦੀ ਵੀ ਜਿਹੜੇ ਜਨਵਰੀ ਦੇ ਵਿੱਚ, ਕਿਉਂਕਿ ਵੇਖੋ ਜਿਹੜੇ ਨੰਬਰ ਆਫ ਹਾਊਸਿੰਗ ਸਟਾਰਟਸ ਹੁੰਦੇ ਨੇ ਉਹਨਾਂ ਦੀਆਂ ਫਿਗਰਸ ਜਨਵਰੀ ਤੋਂ ਪਤਾ ਲੱਗਦੀਆਂ ਨੇ। ਇਸ ਜਨਵਰੀ ਦੀ ਜਿਹੜੇ ਫਿਗਰ ਆਈਆਂ ਨੇ ਉਹਦੇ ਵਿੱਚ ਬਿਲਡਿੰਗ ਪਰਮਿਟ ਜਿਹੜੇ ਆਲ ਓਵਰ ਕੈਨੇਡਾ ਦੀ ਮੈਂ ਗੱਲ ਕਰਾਂ, ਉਹ 'ਚ 10 ਬਿਲੀਅਨਸ ਦੇ ਬਿਲਡਿੰਗ ਪਰਮਿਟਸ ਜਿਹੜੇ ਨੇ ਉਹ ਇਸ਼ੂ ਹੋਏ ਨੇ ਬਿਲਡਰਸ ਨੂੰ। ਤਾਂ ਇਟ ਵਿਲ ਬੀ ਅ ਬਿਗ ਬੂਮ ਇਨ ਦਾ ਨਿਊ ਕੰਸਟਰਕਸ਼ਨ। ਲੇਕਿਨ ਪ੍ਰੋਬਲਮ ਆ ਰਹੀ ਹੈ ਇਨਵੈਂਟਰੀ ਦੀ ਰੀਸੇਲ ਹਾਊਸਿਸ ਤੋਂ। ਠੀਕ ਹੈ। ਕਿ ਰੀਸੇਲਸ ਦੇ ਵਿੱਚ ਲਿਸਟਿੰਗਸ ਨਹੀਂ ਆ ਰਹੀਆਂ। ਠੀਕ ਹੈ ਜੀ। ਜਿਹਦੇ ਕਰਕੇ ਪ੍ਰਾਈਸ ਜਿਹੜਾ ਵਾ ਉਹ ਵੱਧ ਰਹੇ ਨੇ। ਤੇ ਚੀਮਾ ਸਾਹਿਬ, ਇੱਕ ਟਿਪ ਤੁਹਾਡੇ ਕੋਲ ਹੋਰ ਜਾਂਦੇ ਜਾਂਦੇ ਲੈਣਾ ਚਾਹਾਂਗੇ ਕਿ ਜਿਸ ਤਰ੍ਹਾਂ ਆਮ ਇੱਕ ਸਪੈਸ਼ਲੀ ਜਿਹੜਾ ਫਸਟ ਟਾਈਮ ਚਾਹੇ ਬਾਇਰ ਹੋਵੇ ਜਾਂ ਚਲੋ ਮੈਂ ਕਹਾਂਗਾ ਕਿ ਚਾਹੇ ਰਿਪੀਟ ਬਾਇੰਗ ਵੀ ਉਹ ਕਰਦਾ ਆ, ਤੇ ਕਿਤੇ ਨਾ ਕਿਤੇ ਮਾਈਂਡ 'ਚ ਇਹ ਕਨਫਿਊਜ਼ਨ ਆਉਂਦੀ ਹੈ ਕਿ ਮੈਂ 5% ਡਾਊਨ ਕਰਾਂ ਤੇ ਮੈਨੂੰ ਇੰਸ਼ੋਰੈਂਸ ਦੇ ਪੈਸਾ ਦੇਣਾ ਪੈਂਦਾ ਆ, ਤੇ ਜੇ ਮੈਂ 20% ਔਖਾ ਸੌਖਾ ਕਰਕੇ ਦੇ ਦਿੰਨਾ ਤੇ ਮੈਨੂੰ ਉਹਦੀ ਜ਼ਿਆਦਾ ਐਡਵਾਂਟੇਜ ਹੈਗੀ ਆ, ਤੇ ਉਹ ਕਿਤੇ ਵੇਟ ਕਰਦਾ ਰਹਿੰਦਾ ਹੈ ਕਿ ਮੈਨੂੰ ਲੈਟ ਮੀ ਬੀ ਇਨ ਅ ਕੰਫਰਟੇਬਲ ਪੋਜੀਸ਼ਨ ਕਿ ਮੈਂ 20% ਦਾ ਅਰੇਂਜਮੈਂਟ ਕਰਾਂ ਤੇ ਮੈਂ ਫੇਰ ਬਾਇੰਗ ਕਰਦਾ। ਸੋ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਅਪਰੋਚ ਹੋਣੀ ਚਾਹੀਦੀ ਹੈ? ਢਿੱਲੋਂ ਸਾਹਿਬ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਵਾ। ਮੇਨ ਜਿਹੜਾ ਫਸਟ ਟਾਈਮ ਹੋਮ ਬਾਇਰ ਆ, ਦੇਖੋ ਫਸਟ ਟਾਈਮ ਹੋਮ ਬਾਇਰ ਦੇ ਨੂੰ ਅਗਰ ਉਹ ਵੇਟ ਕਰਦਾ ਵਾ, ਇੱਕ ਇਹ ਮਿਥ ਬਣੀ ਹੋਈ ਹੈ ਕਿ ਆਪਣੇ ਕੋਲ 20% ਡਾਊਨ ਹੋਵੇ ਤਾਂ ਹੀ ਆਪਾਂ ਨੂੰ ਘਰ ਲੈਣਾ ਚਾਹੀਦਾ। ਈਵਨ ਜਦੋਂ ਮੈਂ ਵੀ ਰੀਅਲ estate ਮਾਰਕੀਟ ਦੇ ਵਿੱਚ ਨਹੀਂ ਸੀਗਾ ਤਾਂ ਮੇਰੇ ਅੰਦਰ ਵੀ ਇਹ ਹੁੰਦਾ ਸੀ ਕਿ ਮੈਂ ਜਦੋਂ ਵੀ ਪਹਿਲਾਂ ਘਰ ਲੈਣਾ ਮੈਂ 20% ਡਾਊਨ ਦੇ ਕੇ ਲੈਣਾ। ਲੇਕਿਨ ਅਗਰ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਤੁਹਾਨੂੰ 20% ਦੀ ਵੇਟ ਨਹੀਂ ਕਰਨੀ। ਦਾ ਰੀਜ਼ਨ ਬੀਇੰਗ ਕਿ ਇਹ ਕੈਨੇਡਾ ਦੇ ਵਿੱਚ ਜਿਹੜੇ ਡਾਟਾਜ਼ ਆਏ ਨੇ, ਸਟੈਟਿਸਟਿਕ ਆਏ ਨੇ, ਉਹਦੇ ਵਿੱਚ ਇਹ ਪ੍ਰੂਵ ਹੁੰਦਾ ਵਾ ਵੀ ਇੱਕ ਜਿਹੜਾ ਨਾਰਮਲ ਪਰਸਨ ਹੈਗਾ ਵਾ ਉਹਦੀ ਸਾਲ ਦੀ ਸੇਵਿੰਗ $5,000 ਤੋਂ ਵੱਧ ਨਹੀਂ ਹੈਗੀ। ਠੀਕ ਹੈ ਜੀ। ਹੁਣ ਮੰਨ ਲਓ ਜੇ ਉਹਨੇ 4 ਲੱਖ ਦਾ ਘਰ ਬਾਏ ਕਰਨਾ ਵਾ ਤਾਂ ਉਹਦਾ ਮੇਨ 20% ਦੇ ਹਿਸਾਬ ਨਾਲ ਉਹਦਾ ਹੋ ਗਿਆ ਜੀ $80,000। ਤਾਂ ਤੁਸੀਂ ਦੇਖੋ ਵੀ ਕਿੰਨੇ ਨੰਬਰ ਆਫ ਈਅਰਸ ਹੋ ਜਾਣਗੇ ਉਹਨੂੰ 80,000 ਤੱਕ ਪਹੁੰਚਦਿਆਂ ਆ। ਐਂਡ ਨਾਟ ਓਨਲੀ ਦੈਟ, ਫਿਰ ਉਹ ਰੀਅਲ ਏਸਟੇਟ ਦੀ ਪ੍ਰਾਈਸਿਸ ਵੀ ਜਿਹੜੀਆਂ ਨੇ ਉਹ ਉਸ ਹਿਸਾਬ ਨਾਲ ਵੱਧ ਜਾਣਗੀਆਂ, ਉਹ ਕਿਹੜੀਆਂ ਉੱਥੇ ਸਟੈਟਿਕ ਰਹਿਣਗੀਆਂ। ਬਿਲਕੁਲ। ਸੋ ਅਗਰ ਫਸਟ ਟਾਈਮ ਹੋਮ ਬਾਇਰ 5% ਤੇ ਕੁਆਲੀਫਾਈ ਕਰਦਾ ਤਾਂ ਉਹਨੂੰ ਵੇਟ ਨਹੀਂ ਕਰਨਾ ਚਾਹੀਦਾ, ਕਿਉਂਕਿ 20% ਕਰਨ ਵਾਸਤੇ ਤੁਸੀਂ ਹੋਰ ਜਿੰਨੇ ਵੀ ਡਿਸੀਜਨਸ ਹੈਗੇ ਨੇ ਇੰਪੋਰਟੈਂਟ ਉਹਨਾਂ ਨੂੰ ਇੱਕ ਸਾਈਡ ਤੇ ਕਰ ਦੋਗੇ। ਚਾਹੇ ਜਿਵੇਂ ਤੁਹਾਡਾ ਕੋਈ ਰਿਟਾਇਰਮੈਂਟ ਦਾ ਅਗਰ ਤੁਸੀਂ ਪਲਾਨ ਕਰਨਾ ਚਾਹੁੰਦੇ ਜਾਂ ਤੁਹਾਡੀਆਂ ਹੋਰ ਫਾਈਨੈਂਸ਼ੀਅਲ ਓਬਲੀਗੇਸ਼ਨਸ ਹੈਗੀਆਂ ਨੇ ਉਹਨਾਂ ਤੋਂ ਇੱਕ ਸਾਈਡ ਕਰਕੇ ਤੁਹਾਡਾ ਸਿਰਫ ਧਿਆਨ 20% ਵੱਲ ਹੋਏਗਾ, ਵਿਚ ਇਜ਼ ਨਾਟ ਅ ਗੁੱਡ ਟ੍ਰੈਂਡ। ਸੋ ਸਾਡੀ ਤਾਂ ਇਹੀ ਰਾਏ ਹੁੰਦੀ ਹੈ ਜਿਹੜੇ ਮਾਹਿਰ ਨੇ ਕਿ ਹਮੇਸ਼ਾ ਜੇ ਤੁਸੀਂ 5% ਲਈ ਕੁਆਲੀਫਾਈ ਕਰਦੇ ਹੋ ਤਾਂ ਤੁਹਾਨੂੰ 5% ਡਾਊਨ ਦੇ ਕੇ ਘਰ ਲੈ ਲੈਣਾ ਚਾਹੀਦਾ। ਚੀਮਾ ਸਾਹਿਬ, ਅੱਜ ਫੇਰ ਜੀ ਤੁਸੀਂ ਬਹੁਤ ਹੀ ਇਨ ਡੈਪਥ ਇਨਫੋਰਮੇਸ਼ਨ ਜੀ ਰੀਅਲ ਏਸਟੇਟ ਦੇ ਉੱਤੇ ਦਿੱਤੀ ਹੈ ਸਾਨੂੰ, ਔਰ ਮੈਨੂੰ ਉਮੀਦ ਹੈ ਕਿ ਵਿਊਅਰਸ ਡੈਫੀਨੇਟਲੀ ਇਹ ਜਿਹੜੇ ਤੁਹਾਡੀ ਖਾਸ ਕਰਕੇ ਲਾਸਟ ਟਿਪ ਸੀਗੀ ਉਹਦੇ ਤੋਂ ਫਾਇਦਾ ਉਠਾਉਣਗੇ। ਔਰ ਅਗਰ ਕੋਈ ਘਰ ਬਾਏ ਕਰਨ ਦਾ ਮੂਡ ਬਣਾ ਰਿਹਾ ਆ ਤੇ ਉਹ ਇਹ ਨਾ ਹੋਵੇ ਕਿ ਉਹ 20% ਦੀ ਅਮਾਊਂਟ ਇਕੱਠੀ ਕਰਨ ਦੇ ਚੱਕਰ ਦੇ ਵਿੱਚ ਇੰਤਜ਼ਾਰ ਕਰਦਾ ਰਹੇ। ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਡ੍ਰੀਮ ਹਾਊਸ ਆ ਉਹ ਐਜ਼ ਅਰਲੀ ਐਜ਼ ਪੋਸੀਬਲ ਬਾਈ ਕਰਨ। ਤੇ ਚੀਮਾ ਸਾਹਿਬ, ਇੱਕ ਵਾਰ ਫੇਰ ਤੁਹਾਡਾ ਸਟੂਡੀਓ ਤੇ ਆਉਣ ਤੇ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਤੇ ਆਪਾਂ ਹੁਣ ਵਿਊਅਰਸ ਤੋਂ ਇਜਾਜ਼ਤ ਲੈਂਦੇ ਹਾਂ ਜੀ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ।